सत श्री अकाल जी। मेरा नाम कुलदीप कुमार है। मैं VTP BABL थ्रू गौरमेंट सीनियर ਸੈਕੰਡਰੀ ਸਕੂਲ ਖੂਹੀਖੇੜਾ ਵਿੱਚ ਐਗਰੀਕਲਚਰ ਟ੍ਰੇਨਰ ਹਾਂ। ਅੱਜ ਅਸੀਂ ਟੌਪਿਕ ਪਸ਼ੂਆਂ ਦੇ ਬਾਹਰਲੇ ਪਰਜੀਵੀ ਰੋਗ ਬਾਰੇ ਡਿਸਕਸ਼ਨ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਬਾਹਰਲੇ ਪਰਜੀਵੀ ਰੋਗ ਹੈ ਕੀ। ਪਰਜੀਵੀ ਕੀੜੇ ਅਜਿਹੇ ਜੀਵ ਹਨ ਜੋ ਕਿਸੇ ਹੋਰ ਵੱਖਰੀ ਜਾਤੀ ਜਾਂ ਨਸਲ ਦੇ ਪ੍ਰਾਣੀ ਜੋ ਮੇਜ਼ਬਾਨ ਹੋਸਟ ਕਹਿਲਾਉਂਦੇ ਹਨ ਵਿੱਚ ਰਹਿੰਦੇ ਹਨ। ਇਸ ਦੇ ਸਰੀਰ ਵਿੱਚੋਂ ਖੁਰਾਕ ਲੈਂਦੇ ਹਨ। ਪਰਜੀਵੀ ਕੀੜੇ ਦੋ ਪ੍ਰਕਾਰ ਦੇ ਹੁੰਦੇ ਹਨ, ਬਾਹਰਲੇ ਪਰਜੀਵੀ ਅਤੇ ਅੰਦਰੂਨੀ ਪਰਜੀਵੀ। ਪਰਜੀਵੀ ਕੀੜੇ ਪਸ਼ੂਆਂ ਵਿੱਚ ਕਈ ਬਿਮਾਰੀਆਂ ਫੈਲਾਉਂਦੇ ਹਨ ਅਤੇ ਕਾਫੀ ਨੁਕਸਾਨ ਕਰਦੇ ਹਨ। ਇਹਨਾਂ ਬਿਮਾਰੀਆਂ ਕਾਰਨ ਪਸ਼ੂ ਦਾ ਵਜ਼ਨ ਘਟ ਜਾਂਦਾ ਹੈ, ਦੁੱਧ ਸੁੱਕ ਜਾਂਦਾ ਹੈ, ਹੇਹੇ ਸੰਬੰਧੀ ਔਕੜ, ਚਮੜੀ ਦਾ ਖੁਸ਼ਕ ਹੋ ਜਾਣਾ, ਖੂਨ ਦੀ ਕਮੀ ਅਤੇ ਮੋਕ ਲੱਗ ਜਾਣੀ ਆਦਿ ਬਿਮਾਰੀ ਲੱਛਣ ਬਿਮਾਰ ਪਸ਼ੂ ਵਿੱਚ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਬਿਮਾਰ ਡੰਗਰ ਦੇ ਇਲਾਜ 'ਤੇ ਵੀ ਕਾਫੀ ਖਰਚਾ ਹੁੰਦਾ ਹੈ। ਨੌਜਵਾਨ ਡੰਗਰ ਨੂੰ ਵੱਡੇ ਪਸ਼ੂਆਂ ਨਾਲੋਂ ਇਹ ਬਿਮਾਰੀਆਂ ਵਧੇਰੇ ਲੱਗਦੀਆਂ ਹਨ। ਜੇਕਰ ਡੰਗਰਾਂ ਦੇ ਰੱਖਣ ਵਾਲੀ ਜਗ੍ਹਾ ਗੰਦੀ ਹੈ ਜਾਂ ਸਿੱਲੀ ਹੈ ਤਾਂ ਇਹ ਬਿਮਾਰੀਆਂ ਵਧੇਰੇ ਹਮਲਾ ਕਰਦੀਆਂ ਹਨ। ਅੰਤਰੀ ਪਰਜੀਵੀ ਕੀੜੇ ਇਹ ਕੀੜੇ ਡੰਗਰ ਦੇ ਸਰੀਰ ਅੰਦਰ ਪਲਦੇ ਹਨ ਅਤੇ ਡੰਗਰ ਦੇ ਸਰੀਰ ਤੋਂ ਹੀ ਖੁਰਾਕ ਲੈ ਕੇ ਡੰਗਰ ਦਾ ਨੁਕਸਾਨ ਕਰਦੇ ਹਨ। ਪਾਲਤੂ ਡੰਗਰਾਂ ਵਿੱਚ ਅਜਿਹੇ ਕੀੜਿਆਂ ਦਾ ਵਧੇਰੇ ਹਮਲਾ ਹੋਣ ਕਾਰਨ ਵੱਧ ਨੁਕਸਾਨ ਹੁੰਦਾ ਹੈ। ਇਸ ਲਈ ਇਹ ਕਈ ਪ੍ਰਕਾਰ ਦੇ ਬਿਮਾਰੀਆਂ ਦੇ ਲੱਛਣ ਅਤੇ ਗੁੰਝੀਆਂ ਨਿਸ਼ਾਨੀਆਂ ਰੋਗੀ ਡੰਗਰ ਵਿੱਚ ਪੈਦਾ ਕਰਦੇ ਹਨ, ਜਿਵੇਂ ਕਿ ਦੁੱਧ ਦੀ ਪੈਦਾਵਾਰ ਘਟ ਜਾਣਾ, ਸਰੀਰ ਵਜ਼ਨ ਦਾ ਘਟਣਾ ਅਤੇ ਸੰਤਾਨ ਉਤਪਤੀ ਵਿੱਚ ਗੜਬੜ ਹੋਣਾ। ਬਿਮਾਰੀਆਂ ਦੇ ਲੱਛਣ ਇਸ ਪ੍ਰਕਾਰ ਹਨ: ਚਮੜੀ ਖੁਰਦਰੀ ਹੋ ਜਾਂਦੀ ਹੈ, ਐਨੀਮੀਆ ਭਾਵ ਖੂਨ ਦੀ ਕਮੀ ਹੋਣਾ ਅਤੇ ਮੋਕ ਲੱਗਣਾ। ਡੰਗਰਾਂ ਦੀ ਸਿਹਤ 'ਤੇ ਮਾਰੂ ਪ੍ਰਭਾਵ ਪਾਉਣ ਤੋਂ ਇਲਾਵਾ ਬਿਮਾਰ ਪਸ਼ੂ ਦਾ ਇਲਾਜ ਕਰਾਉਣ 'ਤੇ ਵੀ ਕਾਫੀ ਖਰਚ ਕਰਨਾ ਪੈਂਦਾ ਹੈ। ਡੰਗਰਾਂ ਦੇ ਪ੍ਰਮੁੱਖ ਅੰਤਰੀ ਪਰਜੀਵੀ ਕੀੜੇ ਇਹ ਹਨ: ਗੋਲਕਾਰ ਕੀੜੇ, ਪਿੱਤਦਾਰ ਕੀੜੇ, ਜਿਗਰ ਦੇ ਕੀੜੇ ਅਤੇ ਪ੍ਰੋਟੋਜ਼ੋਆ ਆਦਿ। ਇਸ ਲਈ ਪਾਲਤੂ ਜਾਨਵਰਾਂ ਨੂੰ ਅਜਿਹੇ ਹਾਨੀਕਾਰਕ ਪਰਜੀਵੀ ਰੋਗਾਂ ਤੋਂ ਬਚਾਉਣ ਲਈ ਇਹਨਾਂ ਪਰਜੀਵੀ ਕੀੜਿਆਂ ਦੇ ਜੀਵਨ ਚੱਕਰ ਬਾਰੇ ਗਿਆਨ ਬਹੁਤ ਜ਼ਰੂਰੀ ਹੈ। ਪਰਜੀਵੀ ਪਸ਼ੂਆਂ ਦੇ ਸਰੀਰ ਵਿੱਚ ਪ੍ਰਵੇਸ਼ ਕਿਵੇਂ ਕਰਦੇ ਹਨ? ਰੋਗੀ ਪਸ਼ੂ ਦੇ ਗੋਹੇ ਰਾਹੀਂ ਅਜਿਹੇ ਕੀੜੇ ਖੇਤਾਂ ਤੇ ਚਰਾਦਾਂ ਦੀ ਮਿੱਟੀ ਅਤੇ ਪੌਦਿਆਂ ਉੱਪਰ ਪਲਦੇ ਰਹਿੰਦੇ ਹਨ। ਜਦ ਡੰਗਰ ਘਾਹ ਫੂਸ ਚਰਦਾ ਹੈ ਤਾਂ ਇਹ ਕੀੜੇ ਤੰਦਰੁਸਤ ਡੰਗਰ ਦੇ ਅੰਦਰ ਪ੍ਰਵੇਸ਼ ਕਰ ਜਾਂਦੇ ਹਨ। ਘਾਹ ਫੂਸ ਚਰਨ ਵਾਲੇ ਡੰਗਰ ਵਿੱਚ ਇਹਨਾਂ ਕੀੜਿਆਂ ਦੇ ਪ੍ਰਵੇਸ਼ ਕਾਰਨ ਦਾ ਵਧੇਰੇ ਖਤਰਾ ਰਹਿੰਦਾ ਹੈ। ਅਜਿਹੇ ਪਰਜੀਵੀ ਅਤੇ ਪਸ਼ੂਆਂ ਦੇ ਸਰੀਰ ਅੰਦਰ ਹੀ ਪਸ਼ੂ ਦਾ ਖੂਨ ਚੂਸ ਕੇ ਖੁਰਾਕ ਲੈ ਕੇ ਪਸ਼ੂ ਅੰਦਰ ਵੱਧਦੇ ਫੁੱਲਦੇ ਰਹਿੰਦੇ ਹਨ। ਮਲਪ ਰਹਿਤ ਕਰਨਾ। ਡੰਗਰਾਂ, ਚਾਦਰਾਂ ਅਤੇ ਆਲੇ ਦੁਆਲੇ ਨੂੰ ਪੂਰੀ ਤਰ੍ਹਾਂ ਮਲਪ ਰਹਿਤ ਕਰਨਾ ਬਹੁਤ ਮੁਸ਼ਕਿਲ ਹੈ। ਇਸ ਲਈ ਮਲਪ ਰਹਿਤ ਕਰਨ ਦਾ ਟੀਚਾ ਇਹ ਹੈ ਕਿ ਇਹਨਾਂ ਕੀੜਿਆਂ ਦੀ ਸੰਖਿਆ ਪਸ਼ੂ ਅੰਦਰ ਕਾਬੂ ਹੇਠ ਰਹੇ ਅਤੇ ਬਿਮਾਰੀ ਲੱਗਣ ਤੋਂ ਡੰਗਰ ਦਾ ਬਚਾਅ ਹੋ ਸਕੇ। ਇਸ ਲਈ ਪਸ਼ੂ ਪਾਲਕਾਂ ਨੂੰ ਅਜਿਹੇ ਕੀੜਿਆਂ ਦੇ ਹਮਲੇ ਦਾ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਪਸ਼ੂਆਂ ਨੂੰ ਮਲਪ ਰਹਿਤ ਕਰਨਾ ਬਹੁਤ ਜ਼ਰੂਰੀ ਹੈ। ਡੰਗਰ ਵਿੱਚ ਮਲਪਾਂ ਨੂੰ ਖਤਮ ਕਰਨਾ ਜਾਂ ਕਾਬੂ ਹੇਠ ਰੱਖਣਾ ਡੇਅਰੀ ਫਾਰਮ ਦੀ ਇੱਕ ਮਹੱਤਵਪੂਰਨ ਗਤੀਵਿਧੀ ਹੈ। ਇਸ ਲਈ ਡੰਗਰਾਂ ਨੂੰ ਢੁਕਵੀਂ ਦਵਾਈ ਦੇ ਕੇ ਅਜਿਹੇ ਕੀੜਿਆਂ ਤੋਂ ਛੁਟਕਾਰਾ ਪਾਉਣ ਦੀ ਮੁਹਿੰਮ ਨੂੰ ਮਲਪ ਰਹਿਤ ਕਰਨ ਜਾਂ ਡੇਵਰਮਿੰਗ ਕਿਹਾ ਜਾਂਦਾ ਹੈ। ਇਹ ਦਵਾਈਆਂ ਮੂੰਹ ਰਾਹੀਂ ਜਾਂ ਟੀਕੇ ਰਾਹੀਂ ਪਸ਼ੂ ਨੂੰ ਦਿੱਤੀਆਂ ਜਾ ਸਕਦੀਆਂ ਹਨ। ਮਲਪ ਰਹਿਤ ਕਰਨ ਲਈ ਦਵਾਈ ਦੀ ਚੋਣ। ਇਹ ਵੇਖਿਆ ਗਿਆ ਹੈ ਕਿ ਇੱਕ ਹੀ ਦਵਾਈ ਦਾ ਵਾਰ-ਵਾਰ ਇਸਤੇਮਾਲ ਕਰਨ ਨਾਲ ਪਰਜੀਵੀ ਕੀੜੇ ਸਹਿਣਸ਼ੀਲ ਹੋ ਜਾਂਦੇ ਹਨ। ਇਸ ਸਮੱਸਿਆ ਦੇ ਹੱਲ ਲਈ ਢੁਕਵੀਂ ਅਤੇ ਸਹੀ ਦਵਾਈ ਦੀ ਚੋਣ ਬਹੁਤ ਜ਼ਰੂਰੀ ਹੈ। ਇਸ ਲਈ ਇੱਕੋ ਦਵਾਈ ਦੀ ਵਾਰ-ਵਾਰ ਵਰਤੋਂ ਨਾ ਕਰਨ ਅਤੇ ਬਦਲ ਕੇ ਦਵਾਈ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਬਾਜ਼ਾਰ ਵਿੱਚ ਇਹ ਮਲਪ ਰਹਿਤ ਕਰਨ ਵਾਲੀਆਂ ਕਈ ਦਵਾਈਆਂ ਉਪਲਬਧ ਹਨ, ਪਰੰਤੂ ਡੰਗਰ ਦੀ ਉਮਰ, ਸਰੀਰਕ ਵਜ਼ਨ ਅਤੇ ਵੱਖ-ਵੱਖ ਕੀੜਿਆਂ ਤੇ ਦਵਾਈਆਂ ਦੇ ਮਾਰੂ ਅਸਰ ਦੇ ਆਧਾਰ 'ਤੇ ਸਹੀ ਦਵਾਈ ਦੀ ਚੋਣ ਨਿਰਭਰ ਕਰਦੀ ਹੈ। ਪਰਜੀਵੀ ਕੀੜਿਆਂ ਦਾ ਹਮਲਾ ਪਸ਼ੂ ਦੀ ਉਮਰ ਅਤੇ ਉਸਦੇ ਸਰੀਰ ਵਜ਼ਨ 'ਤੇ ਨਿਰਭਰ ਕਰਦਾ ਹੈ। ਨੌਜਵਾਨ ਡੰਗਰਾਂ 'ਤੇ ਅੰਤਰੀ ਪਰਜੀਵੀ ਕੀੜਿਆਂ ਦਾ ਹਮਲਾ ਵੱਡੇ ਡੰਗਰਾਂ ਨਾਲੋਂ ਵਧੇਰੇ ਹੁੰਦਾ ਹੈ। ਵਡੇਰੀ ਉਮਰ ਦੇ ਡੰਗਰਾਂ ਵਿੱਚ ਇਹਨਾਂ ਕੀੜਿਆਂ ਦਾ ਹਮਲਾ ਭਾਵੇਂ ਘੱਟ ਹੁੰਦਾ ਹੈ, ਪਰੰਤੂ ਗੰਦੀ ਰਿਹਾਇਸ਼ ਵਿੱਚ ਪਾਲੇ ਗਏ ਡੰਗਰ ਇਹਨਾਂ ਕੀੜਿਆਂ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦੇ ਹਨ। ਮਲਪ ਰਹਿਤ ਕਰਨ ਵਾਲੀ ਢੁਕਵੀਂ ਦਵਾਈ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ।
ਦਵਾਈਆਂ ਦਾ ਵੱਡੇ ਕੀਟ ਅਤੇ ਇਸ ਦੇ ਲਾਰਵੇ ਭਾਵ ਦੋਨਾਂ ਅਵਸਥਾਵਾਂ ਤੋਂ ਮਾਰੂ ਅਸਰ ਹੋਣਾ ਚਾਹੀਦਾ ਹੈ। ਅਜਿਹੀ ਦਵਾਈ ਨੂੰ ਬ੍ਰਾਡ ਸਪੈਕਟਰਮ ਕਿਹਾ ਜਾਂਦਾ ਹੈ। ਨੰਬਰ 2, ਅਜਿਹੀ ਦਵਾਈ ਦਾ ਡੰਗਰ 'ਤੇ ਕੋਈ ਅਣਸੁਖਾਵਾਂ ਪ੍ਰਭਾਵ ਨਹੀਂ ਹੋਣਾ ਚਾਹੀਦਾ। ਕੁਝ ਦਵਾਈਆਂ ਨਾਲ ਉਲਟੀ ਲੱਗ ਜਾਂਦੀ ਹੈ ਜਾਂ ਟੀਕਾ ਲਾਉਣ ਵਾਲੀ ਜਗ੍ਹਾ ਦਰਦ ਹੋਣ ਲੱਗ ਜਾਂਦਾ ਹੈ ਜਾਂ ਚਮੜੀ ਦੇ ਖਾਰਸ਼ ਹੋਣ ਲੱਗ ਪੈਂਦੀ ਹੈ। ਦਵਾਈ ਦੇਣ ਦਾ ਤਰੀਕਾ। ਕਈ ਪ੍ਰਕਾਰ ਦੀਆਂ ਦਵਾਈਆਂ ਉਪਲਬਧ ਹਨ ਜੋ ਮਲਪ ਰਹਿਤ ਕਰਨ ਲਈ ਪਸ਼ੂ ਨੂੰ ਮੂੰਹ ਰਾਹੀਂ ਜਾਂ ਟੀਕੇ ਰਾਹੀਂ ਦਿੱਤੀਆਂ ਜਾਂਦੀਆਂ ਹਨ। ਨੰਬਰ 1, ਮੂੰਹ ਰਾਹੀਂ ਖਵਾਉਣ ਵਾਲੀਆਂ ਦਵਾਈਆਂ। ਇਸ ਪ੍ਰਕਾਰ ਦੀਆਂ ਕਈ ਦਵਾਈਆਂ ਜੋ ਤਰਲ ਰੂਪ ਵਿੱਚ ਜਾਂ ਗੋਲੀਆਂ ਦੇ ਰੂਪ ਵਿੱਚ ਉਪਲਬਧ ਹਨ। ਤਰਲ ਦਵਾਈ ਤੁਰੰਤ ਪਸ਼ੂ ਨੂੰ ਦਿੱਤੀ ਜਾ ਸਕਦੀ ਹੈ। ਅਜਿਹੀ ਦਵਾਈ ਟੀਕੇ ਦੁਆਰਾ ਜਾਂ ਬੋਤਲ ਵਿੱਚ ਪਾ ਕੇ ਮੂੰਹ ਰਾਹੀਂ ਜਾਂ ਨਾਲ ਰਾਹੀਂ ਡੰਗਰ ਨੂੰ ਦਿੱਤੀ ਜਾ ਸਕਦੀ ਹੈ। ਵੱਡੀਆਂ ਗੋਲੀਆਂ ਜਾਂ ਸਧਾਰਨ ਗੋਲੀਆਂ ਡੰਗਰ ਦੇ ਮੂੰਹ ਵਿੱਚ ਕਾਫੀ ਅੰਦਰ ਰੱਖ ਕੇ ਖਵਾਈਆਂ ਜਾ ਸਕਦੀਆਂ ਹਨ ਜਾਂ ਇਹਨਾਂ ਦਾ ਪਾਊਡਰ ਬਣਾ ਕੇ ਪਾਣੀ ਵਿੱਚ ਘੋਲ ਕੇ ਮੂੰਹ ਰਾਹੀਂ ਦਿੱਤਾ ਜਾ ਸਕਦਾ ਹੈ। ਕਈ ਵਾਰ ਅਜਿਹੀ ਦਵਾਈ ਨੂੰ ਫੀਡ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ, ਪਰੰਤੂ ਇਸ ਵਿੱਚ ਔਕੜ ਇਹ ਹੈ ਕਿ ਕਈ ਵਾਰ ਡੰਗਰ ਅਜਿਹੀ ਫੀਡ ਪੂਰੀ ਤਰ੍ਹਾਂ ਨਹੀਂ ਖਾਂਦਾ। ਨਤੀਜੇ ਵਜੋਂ ਦਵਾਈ ਪੂਰੀ ਮਾਤਰਾ ਡੰਗਰ ਦੇ ਸਰੀਰ ਵਿੱਚ ਨਹੀਂ ਪਹੁੰਚਦੀ। ਇਸ ਲਈ ਇਹ ਤਰੀਕਾ ਬਹੁਤ ਪ੍ਰਚਲਿਤ ਨਹੀਂ ਹੈ। ਨੰਬਰ 2, ਟੀਕੇ ਰਾਹੀਂ ਦਵਾਈ ਦੇਣਾ। ਟੀਕਾ ਲਾ ਕੇ ਦੇਣ ਵਾਲੀਆਂ ਕਈ ਦਵਾਈਆਂ ਉਪਲਬਧ ਹਨ। ਸਿਫਾਰਸ਼ ਕੀਤੇ ਤਰੀਕੇ ਅਨੁਸਾਰ ਦਵਾਈ ਦਾ ਟੀਕਾ ਲਾਉਣਾ ਚਾਹੀਦਾ ਹੈ। ਮਲਪ ਰਹਿਤ ਕਰਨ ਦੀ ਨਿਰਧਾਰਿਤ ਵਿਧੀ। ਪਸ਼ੂ। ਨੰਬਰ 1, ਪਸ਼ੂ ਦੇ ਜੀਵਨ ਦੇ ਪਹਿਲੇ ਹਫ਼ਤੇ ਤੋਂ ਮਲਪ ਰਹਿਤ ਕਰਨ ਨਾਲ ਅਮਲ ਸ਼ੁਰੂ ਕੀਤਾ ਜਾਵੇ। ਨੰਬਰ 2, 6 ਮਹੀਨਿਆਂ ਦੀ ਉਮਰ ਤੱਕ ਹਰ ਮਹੀਨੇ ਮਲਪਾਂ ਦੀ ਦਵਾਈ ਦਿੱਤੀ ਜਾਵੇ ਅਤੇ ਇਸ ਤੋਂ ਬਾਅਦ ਹਰ 3 ਮਹੀਨਿਆਂ ਵਿੱਚ ਇੱਕ ਵਾਰ। ਵੱਡੇ ਪਸ਼ੂਆਂ ਨੂੰ ਸਾਲ ਵਿੱਚ ਇੱਕ ਵਾਰ ਦਵਾਈ ਦੇਣੀ ਜ਼ਰੂਰੀ ਹੈ। ਮਲਪਾਂ ਦੀ ਦਵਾਈ ਦੀ ਚੋਣ ਅਤੇ ਮਾਤਰਾ ਵੈਟਰਨਰੀ ਡਾਕਟਰ ਦੀ ਸਲਾਹ ਨਾਲ ਦੇਣੀ ਚਾਹੀਦੀ ਹੈ। ਸਿਫਾਰਸ਼ ਕੀਤੀ ਮਾਤਰਾ ਤੋਂ ਵੱਧ ਜਾਂ ਘੱਟ ਦਵਾਈ ਦੇਣ ਤੋਂ ਗੁਰੇਜ਼ ਕਰੋ ਤਾਂ ਜੋ ਦਵਾਈ ਦੇ ਪੂਰੇ ਪ੍ਰਭਾਵ ਅਤੇ ਦਵਾਈ ਦੀ ਪ੍ਰਤੀ ਸਹਿਣਸ਼ੀਲਤਾ ਤੋਂ ਬਚਾ ਰਹੇ। ਬਾਹਰੀ ਪਰਜੀਵੀ ਕੀੜੇ। ਇਹ ਅਜਿਹੇ ਜੀਵ ਹਨ ਜੋ ਪਸ਼ੂਆਂ ਦੀ ਚਮੜੀ ਉੱਪਰ ਪਲਦੇ ਹਨ ਅਤੇ ਪਸ਼ੂਆਂ ਦੀ ਚਮੜੀ ਅਤੇ ਸਿਹਤ 'ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਅਜਿਹੇ ਪਰਜੀਵੀ ਕੀੜੇ ਪਾਲਤੂ ਡੰਗਰਾਂ ਦਾ ਸਿੱਧੇ ਅਤੇ ਅਸਿੱਧੇ ਢੰਗ ਰਾਹੀਂ ਨੁਕਸਾਨ ਕਰਦੇ ਹਨ। ਜਿਸ ਡੰਗਰ 'ਤੇ ਇਹ ਰਹਿੰਦੇ ਹਨ ਉਸ ਦੀ ਸਿਹਤ 'ਤੇ ਸਿੱਧੇ ਤੌਰ 'ਤੇ ਬੁਰਾ ਅਸਰ ਪੈਂਦਾ ਹੈ ਅਤੇ ਡੰਗਰ ਨੂੰ ਬੇਆਰਾਮੀ ਹੁੰਦੀ ਹੈ। ਉਸ ਕਾਰਨ ਦੁੱਧ ਦੀ ਪੈਦਾਵਾਰ ਘੱਟ ਜਾਂਦੀ ਹੈ ਅਤੇ ਡੰਗਰ ਦਾ ਸਰੀਰ ਵਿਕਾਸ ਰੁਕ ਜਾਂਦਾ ਹੈ। ਖੁਰਾਕ ਹੋਣ ਕਾਰਨ ਡੰਗਰ ਚਮੜੀ ਨੂੰ ਕਿਸੇ ਸਖਤ ਵਸਤੂ ਨਾਲ ਰਗੜਦਾ ਹੈ ਜਿਸ ਦੀ ਸਿੱਟੇ ਵਜੋਂ ਚਮੜੀ ਅਤੇ ਉਸ ਨੂੰ ਨੁਕਸਾਨ ਹੁੰਦਾ ਹੈ। ਅਜਿਹੇ ਪਰਜੀਵੀ ਸਿੱਧੇ ਤੌਰ 'ਤੇ ਡੰਗਰਾਂ ਦਾ ਨੁਕਸਾਨ ਕਰਦੇ ਹਨ ਅਤੇ ਇਹ ਜੀਵ ਰੋਗੀ ਡੰਗਰ ਤੋਂ ਬਿਮਾਰੀ ਅਤੇ ਜੀਵਾਣੂ ਦੂਸਰੇ ਤੰਦਰੁਸਤ ਪਸ਼ੂਆਂ ਤੱਕ ਪਹੁੰਚਾਉਂਦੇ ਹਨ ਅਤੇ ਇਸ ਤਰ੍ਹਾਂ ਬਿਮਾਰੀ ਫੈਲਾਉਣ ਵਿੱਚ ਮਦਦ ਕਰਦੇ ਹਨ। ਬਾਹਰਲੇ ਪਰਜੀਵੀ ਕਈ ਪ੍ਰਕਾਰ ਦੇ ਹੁੰਦੇ ਹਨ ਜਿਵੇਂ ਕਿ ਜੂੰ, ਚਿੰਚੜ ਅਤੇ ਮੱਖੀਆਂ। ਪਰਜੀਵੀ ਪਿੱਸੂ ਅਤੇ ਜੂੰ। ਜੂਆਂ ਅਤੇ ਪਿੱਸੂ ਆਮ ਤੌਰ 'ਤੇ ਵਾਲਾਂ, ਚਮੜੀ ਦੀ ਉਪਰਲੀ ਤਹਿ ਅਤੇ ਕੰਨ, ਧੌਣ, ਮੋਢੇ ਦੇ ਆਲੇ ਦੁਆਲੇ ਰਹਿਣਾ ਪਸੰਦ ਕਰਦੇ ਹਨ। ਇਹ ਪਰਜੀਵੀ ਚਮੜੀ ਦੇ ਤੰਤੂਆਂ ਅਤੇ ਪਸ਼ੂਆਂ ਦਾ ਖੂਨ ਚੂਸਦੇ ਹਨ। ਚਿੰਚੜ। ਇਹ ਜੀਵ ਪਸ਼ੂ ਦੇ ਸਰੀਰ 'ਤੇ ਕੁਝ ਸਮੇਂ ਲਈ ਹਮਲਾ ਕਰਦੇ ਹਨ। ਇਹ ਪਸ਼ੂ ਦਾ ਖੂਨ ਚੂਸਦੇ ਹਨ ਅਤੇ ਚਮੜੀ ਉੱਪਰ ਖਾਰਸ਼ ਅਤੇ ਸੋਜਸ਼ ਪੈਦਾ ਕਰਦੇ ਹਨ। ਇਹ ਕਈ ਪ੍ਰਕਾਰ ਦੀਆਂ ਬਿਮਾਰੀਆਂ ਇੱਕ ਡੰਗਰ ਤੋਂ ਦੂਸਰੇ ਡੰਗਰ ਤੱਕ ਫੈਲਾਉਂਦੇ ਹਨ ਜਿਸ ਦਾ ਪਸ਼ੂਆਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਮੱਖੀਆਂ। ਮੱਖੀਆਂ ਖੂਨ, ਪਸੀਨੇ, ਚਮੜੀ ਵਿਚਲੀਆਂ ਗ੍ਰੰਥੀਆਂ ਦੇ ਰਸ, ਅੱਖਾਂ ਵਿੱਚੋਂ ਨਿਕਲੇ ਪਾਣੀ, ਪਸ਼ੂਆਂ ਦੀਆਂ ਲਾਰਾਂ, ਪਿਸ਼ਾਬ ਅਤੇ ਗੋਹੇ ਉੱਪਰ ਪਨਪਦੀਆਂ ਹਨ। ਇਹ ਚਮੜੀ ਵਿੱਚੋਂ ਸਿੱਧਾ ਖੁਰਾਕ ਕਰਕੇ ਜਾਂ ਜ਼ਖਮਾਂ ਉੱਪਰ ਬੈਠ ਕੇ ਰਸ ਚੂਸਦੀਆਂ ਹਨ। ਇਹ ਖਾਰਸ਼ ਪੈਦਾ ਕਰਕੇ ਪਸ਼ੂ ਨੂੰ ਬੇਚੈਨ ਕਰਦੀਆਂ ਹਨ ਜਿਸ ਕਾਰਨ ਦੁੱਧ ਦੀ ਪੈਦਾਵਾਰ ਘੱਟ ਜਾਂਦੀ ਹੈ ਅਤੇ ਪਸ਼ੂ ਦੇ ਸਰੀਰਕ ਵਜ਼ਨ ਵਿੱਚ ਕਮੀ ਹੋ ਜਾਂਦੀ ਹੈ। ਬਾਹਰਲੇ ਪਰਜੀਵੀ ਕੀਟਾਂ ਦੇ ਗੰਭੀਰ ਹਮਲੇ ਕਾਰਨ ਡੰਗਰ ਕਮਜ਼ੋਰ ਹੋ ਜਾਂਦੇ ਹਨ। ਸਰੀਰ ਉੱਪਰ ਵਾਲੀਆਂ ਕਈ ਦਵਾਈਆਂ ਉਪਲਬਧ ਹਨ ਜਿਨ੍ਹਾਂ ਨਾਲ ਇਹ ਕੀਟ ਕਾਬੂ ਕੀਤੇ ਜਾ ਸਕਦੇ ਹਨ।
ਬਾਹਰੀ ਪਰਜੀਵੀ ਕੀਟਾਂ ਦੀ ਕਾਰਗਰ ਰੋਕਥਾਮ ਲਈ ਧਿਆਨ ਦੇਣ ਯੋਗ ਗੱਲਾਂ। ਨੰਬਰ 1, ਨਵੇਂ ਪਸ਼ੂ ਦੇ ਡੇਅਰੀ ਫਾਰਮ ਵਿੱਚ ਦਾਖਲੇ ਤੋਂ ਤੁਰੰਤ ਬਾਅਦ ਇਸ ਨੂੰ ਕੀਟਨਾਸ਼ਕ ਦਵਾਈ ਲਾਈ ਜਾਵੇ ਤਾਂ ਜੋ ਅਜਿਹੇ ਕੀਟਾਂ ਦੇ ਰੋਗ ਹੋਰ ਡੰਗਰਾਂ ਉੱਪਰ ਹਮਲੇ ਨੂੰ ਰੋਕੇ ਜਾ ਸਕੇ। ਜੇਕਰ ਪਸ਼ੂ ਦੀ ਚਮੜੀ ਉੱਪਰ ਅਜਿਹੇ ਪਰਜੀਵੀ ਕੀਟ ਦਿਖਾਈ ਦੇਣ ਤਾਂ ਹੋਰ ਡੰਗਰਾਂ 'ਤੇ ਜਾਣ ਤੋਂ ਪਹਿਲਾਂ ਇਹਨਾਂ ਦੀ ਤੁਰੰਤ ਰੋਕਥਾਮ ਕਰਨੀ ਜ਼ਰੂਰੀ ਹੈ। ਇਹਨਾਂ ਕੀਟਾਂ ਦੀ ਰੋਕਥਾਮ ਸਿਰਫ ਇੱਕ ਵਾਰ ਦਵਾਈ ਲਾਉਣ ਨਾਲ ਨਹੀਂ ਹੁੰਦੀ। ਪਹਿਲੀ ਵਾਰ ਦਵਾਈ ਲਾਉਣ ਨਾਲ ਵੱਡੇ ਕੀਟ ਮਰ ਜਾਣਗੇ ਜੋ ਪਸ਼ੂ ਦੀ ਚਮੜੀ ਉੱਤੇ ਦਿਖਾਈ ਦਿੰਦੇ ਹਨ। 15 ਤੋਂ 21 ਦਿਨਾਂ ਬਾਅਦ ਦੂਸਰੀ ਵਾਰ ਦਵਾਈ ਲਾਉਣੀ ਚਾਹੀਦੀ ਹੈ ਤਾਂ ਜੋ ਪਹਿਲੀ ਵਾਰ ਦਵਾਈ ਲਾਉਣ ਤੋਂ ਬਾਅਦ ਅੰਡਿਆਂ ਵਿੱਚੋਂ ਨਵੇਂ ਕੀਟ ਜਨਮੇ ਹਨ ਤਾਂ ਉਹਨਾਂ ਨੂੰ ਖਤਮ ਕੀਤਾ ਜਾ ਸਕੇ। ਡੰਗਰਾਂ ਦੀ ਚਮੜੀ ਉੱਪਰ ਦਵਾਈ ਲਾਉਣ ਤੋਂ ਇਲਾਵਾ ਪਸ਼ੂਆਂ ਦੀ ਰਾਈਸ ਵਾਲੇ ਸ਼ੈੱਡ, ਵਾੜੇ ਅਤੇ ਕੱਚੇ ਥਾਂ ਉੱਪਰ ਢੁਕਵੀਂ ਕੀਟਨਾਸ਼ਕ ਦੀ ਸਪਰੇਅ ਕਰਨੀ ਜ਼ਰੂਰੀ ਹੈ ਤਾਂ ਜੋ ਫਰਸ਼ ਜਾਂ ਕੰਧਾਂ ਤੋਂ ਕੋਨਿਆਂ ਵਿੱਚ ਮੌਜੂਦ ਅਜਿਹੇ ਕੀਟ ਨੂੰ ਖਤਮ ਕੀਤਾ ਜਾ ਸਕੇ। ਬਾਹਰੀ ਪਰਜੀਵੀ ਕੀਟਾਂ ਦੀ ਰੋਕਥਾਮ ਲਈ ਤਰੀਕੇ। ਕੀਟਨਾਸ਼ਕ ਦਵਾਈ ਨੂੰ ਪਸ਼ੂ ਨੂੰ ਲਾਉਣ ਦੇ ਕਈ ਤਰੀਕੇ ਹਨ ਜੋ ਇਸ ਪ੍ਰਕਾਰ ਹਨ। ਨੰਬਰ 1, ਡੁਬੋਣਾ। ਛੋਟੇ ਆਕਾਰ ਦੇ ਜਾਨਵਰਾਂ ਲਈ ਇਹ ਤਰੀਕਾ ਢੁਕਵਾਂ ਹੈ। ਜੇ ਜਾਨਵਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤਾਂ ਇਹ ਤਰੀਕਾ ਬੜਾ ਕਾਰਗਰ ਰਹਿੰਦਾ ਹੈ। ਜਾਨਵਰ ਨੂੰ ਫੜ ਕੇ ਦਵਾਈ ਦੇ ਘੋਲ ਵਿੱਚ ਡੁਬੋ ਦਿੱਤਾ ਜਾਂਦਾ ਹੈ ਪਰੰਤੂ ਸਿਰ ਨੂੰ ਨਹੀਂ ਡੁਬੋਇਆ ਜਾਂਦਾ। ਨੰਬਰ 2, ਦਵਾਈ ਦੀ ਸਪਰੇਅ ਕਰਨਾ। ਛੋਟੇ ਸਪਰੇਅ ਪੰਪ ਨਾਲ ਡੰਗਰਾਂ ਦੇ ਸਰੀਰ ਉੱਪਰ ਕੀਟਨਾਸ਼ਕ ਦੀ ਸਪਰੇਅ ਕਰਨਾ ਸਭ ਤੋਂ ਆਸਾਨ ਤਰੀਕਾ ਹੈ। ਡੰਗਰਾਂ ਦੀ ਘੱਟ ਗਿਣਤੀ ਲਈ ਇਹ ਕਾਰਗਰ ਤਰੀਕਾ ਹੈ। ਜੇਕਰ ਸਪਰੇਅ ਪੰਪ ਉਪਲਬਧ ਨਹੀਂ ਹੈ ਤਾਂ ਪੇਂਟ ਵਾਲੇ ਬੁਰਸ਼ ਜਾਂ ਕੱਪੜੇ ਦੀ ਸਹਾਇਤਾ ਨਾਲ ਕੀਟਨਾਸ਼ਕ ਡੰਗਰ ਦੇ ਸਰੀਰ 'ਤੇ ਲਗਾਈ ਜਾ ਸਕਦੀ ਹੈ। ਨੰਬਰ 3, ਦਵਾਈ ਦਾ ਘੋਲ ਸਰੀਰ ਉੱਪਰ ਪਾਉਣਾ। ਦਵਾਈ ਦੇ ਘੋਲ ਵਾਲੀ ਸ਼ੀਸ਼ੀ ਹੱਥ ਵਿੱਚ ਫੜ ਕੇ ਡੰਗਰ ਦੀ ਢੂਹੀ ਜਾਂ ਕਮਰੋਟ ਉੱਪਰ ਲਗਾਉਣੀ ਚਾਹੀਦੀ ਹੈ। ਇਹ ਦਵਾਈ ਸਾਰੇ ਸਰੀਰ ਉੱਪਰ ਫੈਲ ਜਾਵੇਗੀ ਅਤੇ ਪਰਜੀਵੀ ਕੀਟਾਂ ਦਾ ਨਾਸ਼ ਹੋ ਜਾਵੇਗਾ। ਇਹ ਕਾਫੀ ਕਾਰਗਰ ਤਰੀਕਾ ਹੈ। ਅਜਿਹੇ ਕੀਟਾਂ ਦੀ ਰੋਕਥਾਮ ਕਰਨ ਦਾ ਦਵਾਈ ਲਾਉਣ ਦਾ ਇਹ ਤਰੀਕਾ ਬੜਾ ਹੀ ਕਾਰਗਰ ਸਾਬਿਤ ਹੁੰਦਾ ਹੈ। ਨੰਬਰ 4, ਟੀਕਾ। ਕੁਝ ਦਵਾਈਆਂ ਅਜਿਹੀਆਂ ਹਨ ਜੋ ਚਮੜੀ ਹੇਠਲੀ ਤਹਿ ਵਿੱਚ ਟੀਕਾ ਲਾ ਕੇ ਦਿੱਤੀਆਂ ਜਾ ਸਕਦੀਆਂ ਹਨ। ਇਹ ਦਵਾਈਆਂ ਦੋਵੇਂ ਤਰ੍ਹਾਂ ਦੇ ਪਰਜੀਵੀ, ਅੰਤਰੀ ਅਤੇ ਬਾਹਰੀ ਪਰਜੀਵੀ ਦੀ ਰੋਕਥਾਮ ਕਰਦੀਆਂ ਹਨ। ਇਹ ਦਵਾਈਆਂ ਦੂਸਰੀਆਂ ਦਵਾਈਆਂ ਨਾਲੋਂ ਕੁਝ ਮਹਿੰਗੀਆਂ ਜ਼ਰੂਰ ਹਨ। ਪਸ਼ੂਆਂ ਦੀ ਰਿਹਾਇਸ਼ੀ ਜਗ੍ਹਾ ਵਿੱਚ ਬਾਹਰੀ ਪਰਜੀਵੀ ਕੀਟਾਂ ਦੀ ਰੋਕਥਾਮ ਦੇ ਢੰਗ। ਬਾਹਰੀ ਪਰਜੀਵੀ ਕੀਟਾਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਭਾਵੇਂ ਸੰਭਵ ਨਹੀਂ ਹੈ ਪਰੰਤੂ ਸਿਫਾਰਸ਼ ਕੀਤੇ ਤਰੀਕਿਆਂ ਨਾਲ ਇਹਨਾਂ ਦੀ ਗਿਣਤੀ ਕਾਫੀ ਹੱਦ ਤੱਕ ਘਟਾਈ ਜਾ ਸਕਦੀ ਹੈ। ਸਾਵਧਾਨੀਆਂ। ਦਵਾਈਆਂ ਦੀ ਹਮੇਸ਼ਾ ਸਿਫਾਰਸ਼ ਕੀਤੀ ਮਾਤਰਾ ਵਰਤੋ। ਵਧੇਰੇ ਦਵਾਈ ਦੀ ਵਰਤੋਂ ਨਾਲ ਕੀੜੇ ਜ਼ਿਆਦਾ ਨਹੀਂ ਮਰਦੇ ਸਗੋਂ ਡੰਗਰ ਨੂੰ ਨੁਕਸਾਨ ਹੋ ਸਕਦਾ ਹੈ। ਡੰਗਰ ਉੱਪਰ ਦਵਾਈ ਦੀ ਸਪਰੇਅ ਜਾਂ ਦਵਾਈ ਦਾ ਘੋਲ ਪਾਉਣ ਦਾ ਇੱਕ ਬੰਦ ਕਮਰੇ ਵਿੱਚ ਨਹੀਂ ਕਰਨਾ ਚਾਹੀਦਾ। ਦਵਾਈ ਦੇ ਘੋਲ ਵਿੱਚ ਡੋਬਣ ਤੋਂ ਪਹਿਲਾਂ ਜਾਨਵਰ ਨੂੰ ਚੋਖੀ ਖੁਰਾਕ ਦਿਓ ਅਤੇ ਪਾਣੀ ਪਿਲਾਓ ਕਿਉਂਕਿ ਇਹ ਭੁੱਖੇ ਤਿਆਏ ਜਾਨਵਰ ਦੁਆਰਾ ਦਵਾਈ ਦੇ ਘੋਲ ਨੂੰ ਪੀ ਜਾਣ ਦਾ ਡਰ ਰਹਿੰਦਾ ਹੈ। ਕੀਟਨਾਸ਼ਕ ਦਵਾਈਆਂ ਨੂੰ ਫੀਡ ਅਤੇ ਪੀਣ ਵਾਲੇ ਪਾਣੀ ਤੋਂ ਦੂਰ ਬੰਦ ਅਲਮਾਰੀ ਵਿੱਚ ਰੱਖਣਾ ਚਾਹੀਦਾ ਹੈ। ਬਾਹਰੀ ਪਰਜੀਵੀ ਕੀਟਾਂ ਨੂੰ ਮਾਰਨ ਵਾਲੀਆਂ ਕੀਟਨਾਸ਼ਕ ਦਵਾਈਆਂ ਬਿਮਾਰ ਜਾਂ ਕਮਜ਼ੋਰ ਡੰਗਰ 'ਤੇ ਨਹੀਂ ਲਾਉਣੀਆਂ ਚਾਹੀਦੀਆਂ। ਇਹਨਾਂ ਦਵਾਈਆਂ ਦਾ ਅਜਿਹੇ ਡੰਗਰਾਂ 'ਤੇ ਬੁਰਾ ਅਸਰ ਪੈ ਸਕਦਾ ਹੈ। ਵਰਤੋਂ ਤੋਂ ਤੁਰੰਤ ਬਾਅਦ ਸਪਰੇਅ ਪੰਪ ਨੂੰ ਧੋ ਕੇ ਸਾਫ਼ ਕਰੋ। ਕੀਟਨਾਸ਼ਕ ਜਾਂ ਦਵਾਈਆਂ ਨਾਲ ਵਾਲੇ ਖਾਲੀ ਡੱਬੇ ਨੂੰ ਵਰਤਣਾ ਬਹੁਤ ਖਤਰਨਾਕ ਹੋ ਸਕਦਾ ਹੈ। ਅਜਿਹੇ ਡੱਬਿਆਂ ਜਾਂ ਸ਼ੀਸ਼ਿਆਂ ਨੂੰ ਤੋੜ ਭੰਨ ਕੇ ਟੋਏ ਵਿੱਚ ਦੱਬ ਦੇਣਾ ਚਾਹੀਦਾ ਹੈ। ਇਹੋ ਜਿਹੇ ਟੋਏ ਘੱਟੋ ਘੱਟ 50 ਸੈਂਟੀਮੀਟਰ ਡੂੰਘੇ ਜ਼ਰੂਰ ਹੋਣੇ ਚਾਹੀਦੇ ਹਨ। ਸੋ ਆਪਾਂ ਪਸ਼ੂਆਂ ਦੀਆਂ ਬਾਹਰਲੇ ਅਤੇ ਅੰਤਰੀ ਪਰਜੀਵੀ ਕੀੜਿਆਂ ਬਾਰੇ ਡਿਸਕਸ਼ਨ ਕੀਤਾ। ਆਸ ਹੈ ਕਿ ਇਹ ਸਭ ਤੁਹਾਨੂੰ ਬਹੁਤ ਚੰਗਾ ਲੱਗਿਆ ਹੋਊਗਾ।